ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੌਵੀਂ ਅਸ਼ਟਪਦੀ ਅੰਤਰ ਰਸੇ ਹੋਏ ਪੁਰਸ਼ਾਂ ਦਾ ਮਹਾਤਮ ਦ੍ਰਿਸ਼ਟਾ ਰਹੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਖੋਜ ਕਰਦਿਆਂ ਕਰਦਿਆਂ ਉਸ ਰਸ ਨੂੰ ਪਾਲਿਆ ਹੈ ਜਿਸ ਨੂੰ ਸਾਹਿਬ ਆਤਮ ਰਸ ਕਹਿੰਦੇ ਨੇ, ਜਿਸ ਨੂੰ ਪਰਾ ਰਸ ਬਹੁਤ ਤਰੀਕਾਂ ਦੇ ਨਾਲ ਗੁਰਬਾਣੀ ਦੇ ਵਿੱਚ ਦ੍ਰਿਸ਼ਟਾਇਆ ਗਿਆ ਹੈ। ਇਸ ਰਸ ਨੂੰ ਪ੍ਰਾਪਤ ਕਰਨ ਵਾਲੇ ਵੈਸ਼ਨੋ ਦੀ ਵੀ ਗੱਲ ਹੋ ਗਈ ਹੈ। ਇਸ ਰਸ ਨੂੰ ਪ੍ਰਾਪਤ ਕਰਨ ਵਾਲੇ ਪੰਡਿਤ ਦੀ ਗੱਲ ਵੀ ਹੋਈ। ਇਸ ਰਸ ਦੇ ਵਿੱਚ ਆਪ ਜੀ ਨੇ ਜਿਸ ਨੇ ਭਗਉਤੀ ਦਾ ਰੂਪ ਧਾਰ ਲਿਆ ਹੈ, ਭਗਤ ਹੋ ਗਿਆ ਹੈ, ਉਸ ਦੀ ਗੱਲ ਵੀ ਹੋਈ ਹੈ। ਤੇ ਇਸ ਰਸ 'ਚ ਆਪ ਜੀ ਨੇ ਜਿਸ ਨੇ ਬੀਜ ਮੰਤਰ ਅਪਣਾ ਲਿਆ ਹੈ, ਉਸ ਦੀ ਗੱਲ ਵੀ ਅਸੀਂ ਵਿਚਾਰੀ ਹੈ। ਅੱਜ ਸਾਹਿਬ ਰਾਮਦਾਸ ਦੀ ਗੱਲ ਕਰ ਰਹੇ ਨੇ, ਭਾਵ ਜੋ ਪ੍ਰਮਾਤਮਾ ਦਾ ਸੱਚਾ ਸੇਵਕ ਹੈ, ਜਿਸ ਨੂੰ ਸੱਚਮੁੱਚ ਕਿਹਾ ਜਾ ਸਕੇ ਵੀ ਇਹ ਰਾਮਦਾਸ ਹੈ। ਉਸ ਦਾ ਜੀਵਨ ਕੈਸਾ ਹੈ, ਉਸ 6ਵੇਂ ਪਦੇ 'ਚ ਆਪ ਦ੍ਰਿਸ਼ਟਾ ਰਹੇ ਨੇ। ਜਿਸਕਾ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ। ਰਾਮਦਾਸ ਕੌਣ ਖਾ ਸਕਦਾ ਹੈ? ਸਾਹਿਬ ਕਹਿੰਦੇ ਜਿਸ ਦੇ ਅੰਤਰ ਪ੍ਰਮਾਤਮਾ ਆਪ ਆ ਬੈਠਾ ਹੈ, ਜਿਸ ਅੰਤਰ ਸਾਖਸ਼ਾਤ ਪ੍ਰਮਾਤਮਾ ਆ ਵਿਰਾਜਿਆ ਹੈ, ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ, ਉਸ ਨੂੰ ਹੀ ਉਸ ਦਾ ਸੱਚਾ ਸੇਵਕ ਕਿਹਾ ਜਾਏਗਾ। ਗੁਰਬਾਣੀ 'ਚ ਇਸ ਨੂੰ ਬੇਅੰਤ ਤਰੀਕੇ ਦੇ ਨਾਲ ਆਪ ਨੇ ਦ੍ਰਿਸ਼ਟਾਇਆ ਹੈ। ਜਨ ਵੀ ਕਿਹਾ ਹੈ ਆਪ ਨੇ, ਸੇਵਕ ਕੀ ਅਰਦਾਸ ਵੀ ਕਹੀ ਹੈ ਵੀ ਮੈਂ ਤੇਰਾ ਸੇਵਕ ਅਰਦਾਸ ਕਰ ਰਿਹਾ ਹਾਂ। ਕਿਤੇ ਆਪ ਜੀ ਨੇ ਰਾਮਦਾਸ ਪਦ ਹੀ ਵਰਤਿਆ ਹੈ। ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਕਰਕੇ ਜਾਣੋ ਜੋ ਅੰਦਰੋਂ ਬਾਹਰੋਂ ਓਤ ਪਰੋਤ ਹੋ ਗਿਆ ਹੈ ਉਸ ਦੇ ਰਸ ਵਿੱਚ। ਐਸਾ ਨਹੀਂ ਹੈ ਕਿ ਜੀਵਨ ਦੇ ਵਿੱਚ ਕਦੇ ਹੋਰ ਰੂਪ ਹੈ ਤੇ ਕਦੇ ਹੋਰ ਰੂਪ ਹੈ, ਓਤ ਪਰੋਤ ਹੈ। ਉਸ ਨੂੰ ਦੇਖ ਕੇ ਜਦੋਂ ਵੀ ਝਲਕ ਪਏਗੀ ਤੇ ਪ੍ਰਮਾਤਮਾ ਦੀ ਹੀ ਪਏਗੀ। ਸੱਚਾ ਦਾਸ ਉਹੀ ਹੈ ਜੋ ਆਪਣੇ ਮਾਲਿਕ ਦੇ ਬਾਬਤ ਹਮੇਸ਼ਾ ਦ੍ਰਿਸ਼ਟਾਉਂਦਾ ਰਹੇ, ਜਿਹਨੂੰ ਦੇਖ ਕੇ ਪਤਾ ਲੱਗਦਾ ਰਹੇ ਵੀ ਇਸ ਦਾ ਮਾਲਿਕ ਕੈਸਾ ਹੋਏਗਾ। ਤੁਸੀਂ ਕਿਸੇ ਵਧੀਆ ਵਪਾਰੀ ਦੇ ਕੋਲ ਚਲੇ ਜਾਓ, ਉਸਦੇ ਕਾਮੇ ਨੂੰ ਪੁੱਛ ਲਓ ਵੀ ਕੈਸਾ ਹੈ ਮਾਲਿਕ, ਸਭ ਪਤਾ ਲੱਗ ਜਾਏਗਾ। ਕਿਉਂਕਿ ਕਾਮਾ ਤੇ ਉਹੀ ਬੋਲੇਗਾ ਜੈਸਾ ਉਸਦੇ ਨਾਲ ਵਿਵਹਾਰ ਹੈ, ਉਹ ਨਹੀਂ ਬੋਲੇਗਾ ਜੋ ਤੁਹਾਡੇ ਨਾਲ ਵਿਵਹਾਰ ਉਸਨੇ ਕਰਨਾ। ਕਿਉਂਕਿ ਕੁਝ ਬਾਹਰ ਦਾ ਰੂਪ ਹੋਰ ਹੁੰਦਾ ਹੈ, ਅੰਦਰ ਦਾ ਰੂਪ ਹੋਰ ਹੁੰਦਾ ਹੈ। ਕਾਮਾ ਤੇ ਅੰਦਰ ਦੇ ਰੂਪ ਤੋਂ ਜਾਣੂ ਹੈ ਨਾ, ਕਿਉਂਕਿ ਉਹ ਨਾਲ ਰਹਿ ਰਿਹਾ ਹੈ। ਜਗਤ ਦੇ ਨਾਲ ਉਹ ਕੈਸਾ ਵਿਚਰ ਰਿਹਾ ਇਹ ਨਹੀਂ ਉਹ ਦੱਸੇਗਾ। ਉਹ ਕਹਿੰਦਾ ਮੇਰੇ ਨਾਲ ਕੈਸਾ ਹੈ ਮੈਂ ਤੁਹਾਨੂੰ ਦੱਸਦਾ। ਮੈਨੂੰ ਵੇਲੇ ਕੁਵੇਲੇ ਰਾਤ ਬਰਾਤੇ ਉੱਠ ਕੇ ਦਵਾਈ ਬੂਟੀ ਨੂੰ ਲੈ ਕੇ ਜਾਂਦਾ ਹੈ ਕਿ ਨਹੀਂ, ਔਖ ਸੌਖ 'ਚ ਨਾਲ ਖੜਦਾ ਹੈ ਕਿ ਨਹੀਂ। ਉਹ ਇਹ ਨਹੀਂ ਦੱਸੇਗਾ ਵੀ ਮੈਨੂੰ ਇਤਨੀ ਤਨਖਾਹ ਦਿੰਦਾ ਹੈ ਕਿ ਨਹੀਂ, ਘੱਟ ਹੈ ਵੱਧ ਹੈ। ਮਾਲਿਕ ਤੁਹਾਡੇ ਨਾਲ ਵਿਚਰਦਾ ਕੈਸਾ ਹੈ, ਕਾਮਾ ਉਹ ਦੱਸੇਗਾ। ਤੇ ਰਾਮਦਾਸ ਵੀ ਉਹੀ ਦੱਸਦਾ ਹੈ ਜੈਸਾ ਉਸ ਨਾਲ ਪ੍ਰਮਾਤਮਾ ਵਿਚਰ ਰਿਹਾ। ਦਾਤਾਂ ਵੱਡੀਆਂ ਨਹੀਂ ਹਨ, ਉਸ ਦੀ ਨਿਆਮਤ ਵੱਡੀ ਹੈ ਕਿ ਉਹ ਮੇਰੇ ਨਾਲ ਅੰਗ ਸੰਗ ਹੈ। ਉਹ ਕਹਿੰਦਾ ਮੈਨੂੰ ਪਦਾਰਥ ਮਿਲਣ ਇਸ ਗੱਲ ਦੀ ਮੇਰੇ ਜੀਵਨ 'ਚ ਕੋਈ ਮਹੱਤਤਾ ਨਹੀਂ ਵੀ 4 ਛਿੱਲੜ ਵੱਧ ਆ ਗਏ ਨੇ ਕਿ ਘੱਟ ਆ ਗਏ ਨੇ, ਸੁੱਕੀ ਖਾ ਰਹੇ ਹਾਂ ਕਿ ਗਿੱਲੀ ਖਾ ਰਹੇ ਹਾਂ, ਇਹ ਨਹੀਂ ਮਾਇਨੇ ਰੱਖਦਾ। ਉਸ ਦੀ ਕਿਰਪਾ ਹੋ ਰਹੀ ਹੈ, ਅੰਦਰ ਦਾ ਸਕੂਨ ਬਣਿਆ ਹੋਇਆ ਇਹ ਮਾਇਨੇ ਰੱਖਦਾ। ਤੇ ਰਾਮਦਾਸ ਐਸਾ ਹੀ ਹੈ ਜਿਸ ਅੰਤਰ ਪ੍ਰਮਾਤਮਾ ਵਸਿਆ। ਪਹਿਚਾਨ ਕਿਵੇਂ ਹੋਏਗੀ ਵੀ ਉਹ ਵਸਿਆ ਹੋਇਆ। ਸਾਹਿਬ ਕਹਿੰਦੇ ਨੇ ਉਹਦੇ ਜੀਵਨ ਦੇ ਵਿੱਚੋਂ ਉਹ ਰੋਹ ਦਿਸੇਗੀ ਜੋ ਹੋਰਾਂ 'ਚ ਨਹੀਂ ਹੈ। ਉਸਦੇ ਜੀਵਨ ਦੇ ਵਿੱਚ ਸਬਰ ਦਿਸੇਗਾ, ਉਹਦੇ ਜੀਵਨ ਦੇ ਵਿੱਚ ਠਹਿਰਾਓ ਦਿਸੇਗਾ। ਅੰਦਰ ਨੂੰ ਰੋਸ਼ਨਾਈ ਜੇ ਹੋਈ ਤੇ ਬਾਹਰ ਨੂੰ ਦਇਆ ਦਿਸੇਗੀ।
ਇਹ ਕਦੇ ਨਹੀਂ ਹੋਏਗਾ ਕਿ ਜੇ ਅੰਦਰ ਚਾਨਣ ਹੋਏ ਤੇ ਬਾਹਰੋਂ ਦਿਆਲੂ ਨਾ ਹੋਏ। ਅੰਦਰ ਚਾਨਣ ਹੋਏਗਾ ਤੇ ਬਾਹਰ ਨੂੰ ਦਇਆ ਆਪੇ ਹੀ ਡੁੱਲ ਡੁੱਲ ਪਏਗੀ। ਉਹ ਝੂਠੇ ਰਾਮਦਾਸ ਹੋਣਗੇ ਜੋ ਕਹਿਣ ਨਹੀਂ ਜੀ ਸਾਨੂੰ ਤੇ ਸਮਝ ਆ ਗਈ ਹੈ ਪਰ ਕਿਸੇ ਨੂੰ ਨਹੀਂ ਸਿਖਾਉਣਾ। ਸੱਚਾ ਨਹੀਂ ਹੋ ਸਕਦਾ। ਸੱਚੇ ਦੇ ਸੁਭਾਅ 'ਚ ਇਹ ਪ੍ਰਵਿਰਤੀ ਹਮੇਸ਼ਾ ਹੀ ਰਹੇਗੀ। ਜਿਸ ਨੇ ਜਾਣ ਲਿਆ, ਜਿਸ ਨੂੰ ਗਿਆਨ ਹੋ ਗਿਆ, ਉਹ ਬਾਹਰ ਨੂੰ ਦਇਆ ਦਾ ਘਰ ਹੋ ਜਾਏਗਾ, ਵੰਡਣ ਲੱਗ ਜਾਏਗਾ, ਸਾਰਿਆਂ ਨੂੰ ਵੰਡੇਗਾ। ਜੋ ਮੈਂ ਜਾਣ ਲਿਆ ਹੈ ਆਓ ਤੁਹਾਨੂੰ ਵੀ ਸਮਝਾਵਾਂ। ਸੱਚਾ ਭਗਤ ਉਹੀ ਹੈ, ਰਾਮਦਾਸ ਉਹੀ ਹੈ ਜੋ ਜਾਣ ਲਿਆ, ਦੂਸਰਿਆਂ ਨੂੰ ਵੀ ਪਰੋਸ ਕੇ ਦੇ ਵੀ ਤੁਸੀਂ ਵੀ ਜਾਣ ਲਓ, ਆਓ ਨਿਕਟ ਆਓ। ਰਸਿਆ ਹੋਇਆ ਹੈ ਹਰ ਸਮੇਂ। ਉਸ ਦੇ ਅੰਦਰ ਸਬਰ ਹੈ, ਇਤਨਾ ਸਬਰ ਹੈ ਕਿ ਪਰਮਾਤਮਾ ਦੀ ਉਡੀਕ ਦੇ ਵਿੱਚ ਹਰ ਖਿੰਨ ਆਪਣਾ ਗੁਜ਼ਾਰ ਰਿਹਾ ਹੈ। ਤੇ ਜਿਵੇਂ ਸ਼ੇਖ ਫਰੀਦ ਜੀ ਕਹਿੰਦੇ ਨੇ ਵੀ ਜੀਵਨ ਇਸ ਤਰੀਕੇ ਦਾ ਬਣਾਓ ਕਿ ਅਖੀਰ ਵੀ ਆ ਜਾਏ ਫਿਰ ਵੀ ਅੰਦਰੋਂ ਬੋਲ ਨਿਕਲ ਇਹ ਦੋਏ ਨੈਣਾ ਮਤ ਛੂਹੋ ਮੈਂ ਫਿਰ ਦੇਖਣ ਕੀ ਆਸ। ਤੁਹਾਡੀ ਆਸ ਹੀ ਤੁਹਾਡੀ ਭਗਤੀ ਸਫਲ ਕਰੇਗੀ। ਇੱਕ ਵਿਅਕਤੀ ਜੀਵਨ ਦੇ ਅੰਤ ਵੇਲੇ ਅਖੀਰਲੇ ਪੜਾਅ ਦੇ ਉੱਪਰ ਆਪਣੇ ਪੁੱਤਰਾਂ ਨੂੰ ਪਾਸ ਬਿਠਾ ਕੇ ਸਮਝਾ ਰਿਹਾ ਹੈ। ਕਹਿੰਦਾ ਪੁੱਤਰੋ, ਮੈਂ ਤੇ ਜੀਵਨ ਦੇ ਵਿੱਚ ਕਾਹਲੀ ਕਰ ਲਈ, ਜਲਦੀ ਕਰ ਲਈ, ਇਹ ਗਲਤੀ ਕਰ ਬੈਠਾ ਹਾਂ, ਤੁਸੀਂ ਨਾ ਕਰਿਓ। ਮੈਂ ਤੁਹਾਨੂੰ 3 ਗੱਲਾਂ ਸਿਖਾ ਕੇ ਜਾ ਰਿਹਾ, ਪੱਲੇ ਬੰਨ੍ਹ ਲਿਓ। 3 ਗੱਲਾਂ ਦੱਸ ਕੇ ਜਾ ਰਿਹਾ, ਪੱਲੇ ਬੰਨ੍ਹ ਲਿਓ। ਪਹਿਲੀ ਇਹ ਕਿ ਥੋੜਾ ਸਬਰ ਰੱਖਿਓ। ਦਰਖਤ ਤੇ ਲੱਗਿਆ ਹੋਇਆ ਫਲ ਆਪੇ ਹੀ ਪੱਕ ਕੇ ਗਿਰ ਜਾਏਗਾ। ਕਾਹਲੀ ਕਰਕੇ ਉਸ ਨੂੰ ਰੋੜਾ ਨਾ ਮਾਰਿਓ, ਕੱਚਾ ਰਹਿ ਜਾਏਗਾ। ਤੋੜਨ ਦੀ ਜਲਦੀ ਨਾ ਕਰਿਓ, ਉਹਨੇ ਆਪੇ ਹੀ ਪੱਕ ਕੇ ਗਿਰ ਪੈਣਾ ਜੇ ਸਬਰ ਰੱਖੋਗੇ। ਸਬਰ ਰੱਖਿਓ, ਕਿਸੇ ਦੁਸ਼ਮਣ ਦੇ ਨਾਲ ਦੁਸ਼ਮਣੀ ਨਹੀਂ ਪੁਗਾਉਣੀ। ਜਿੱਦਣ ਸਮਾਂ ਪੁੱਗ ਗਿਆ ਦੁਸ਼ਮਣ ਨੇ ਆਪੇ ਹੀ ਮੁੱਕ ਜਾਣਾ। ਇਹ ਸੰਸਾਰ ਤੇ ਕੋਈ ਸਥਿਰ ਨਹੀਂ ਹੈ। ਸਬਰ ਰੱਖਿਓ ਤੁਸੀਂ। ਰਾਣਾ ਰਾਉ ਨ ਕੂਰ ਹੈ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਉਹਨੇ ਆਪੇ ਹੀ ਮੁੱਕ ਜਾਣਾ। ਤੀਜੀ ਤੇ ਵੱਡੀ ਗੱਲ, ਥੋੜਾ ਸਬਰ ਹੋਰ ਰੱਖਿਓ। ਜੋ ਪ੍ਰਮਾਤਮਾ ਨੇ ਦੇਣਾ ਤੁਹਾਨੂੰ ਆਪੇ ਹੀ ਮਿਲ ਜਾਣਾ ਹੈ। ਇਵੇਂ ਲੋਭ 'ਚ ਇੱਧਰ ਉੱਧਰ ਜਾ ਕੇ ਮੂੰਹ ਮਾਰਨ ਦੀ ਲੋੜ ਨਹੀਂ। ਟਿਕੇ ਰਹੋ, ਪ੍ਰਮਾਤਮਾ ਬੜਾ ਦਿਆਲੂ ਹੈ, ਉਹਨੇ ਸਭ ਭੰਡਾਰੇ ਭਰ ਦੇਣੇ। ਕਿਸ ਨੂੰ ਆਏਗੀ ਇਹ ਰੀਤ? ਜੋ ਰਾਮਦਾਸ ਹੋ ਗਿਆ, ਜੋ ਉਸ ਦਾ ਸੇਵਕ ਬਣ ਗਿਆ ਹੈ, ਜਿਸ ਦੇ ਅੰਦਰ ਸਬਰ ਭਰ ਗਿਆ ਹੈ। ਸਾਹਿਬ ਕਹਿੰਦੇ ਨੇ ਸੱਚ ਕਰਕੇ ਜਾਣੋ, ਉਸ ਅੰਤਰ ਹੀ ਪ੍ਰਮਾਤਮਾ ਦਾ ਨਿਵਾਸ ਹੈ। ਉਸੇ ਨੂੰ ਹੀ ਤਿਸ ਕਾ ਨਾਮ ਸਤ ਰਾਮਦਾਸ। ਅਗਲੀ ਗੱਲ ਆਪ ਕਹਿੰਦੇ ਨੇ ਆਤਮ ਰਾਮ ਤਿਸ ਨਦਰੀ ਆਇਆ। ਆਤਮ ਰਾਮ ਅੰਦਰ ਵਸਿਆ ਹੋਇਆ, ਉਹ ਰਮਿਆ ਹੋਇਆ ਰਾਮ ਨਜ਼ਰ ਆਉਣ ਲੱਗ ਗਿਆ ਹੈ, ਦਿਖਣ ਲੱਗ ਗਿਆ ਹੈ। ਇਉਂ ਤੇ ਦਿਖੇਗਾ ਨਹੀਂ। ਮੇਰਾ ਜੀਵਨ ਤੇ ਬਹੁਤਾ ਝੂਠ ਤੇ ਆਧਾਰਿਤ ਹੈ। ਮੈਂ ਤੇ ਜਗਤ ਨੂੰ ਸੱਚ ਮੰਨ ਕੇ ਤੁਰਿਆ ਹੋਇਆ। ਪਿੱਛੇ ਅਸੀਂ ਵਿਚਾਰ ਆਏ ਹਾਂ 5ਵੀਂ ਅਸ਼ਟਪਦੀ 'ਚ ਸਾਹਿਬ ਨੇ ਸਿਖਾਇਆ ਸੀ ਵੀ ਸਭ ਮਿਥਿਆ ਹੈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਸਭ ਮਿਥਿਆ ਹੈ। ਪਰ ਮੈਂ ਜਿੰਨਾ ਚਿਰ ਮਿਥਿਆ ਦੇ ਨਾਲ ਸੰਬੰਧ ਜੋੜੀ ਰੱਖਾਂਗਾ, ਮੂੰਹ ਪਾਈ ਰੱਖਾਂਗਾ, ਉਤਨਾ ਚਿਰ ਸੱਚ ਨਹੀਂ ਦਿਸ ਸਕੇਗਾ। ਇਹ ਅੱਖਾਂ ਝੂਠਾ ਤੇ ਝੂਠ ਦੇਖਣਾ ਸਿੱਖ ਗਈਆਂ। ਇਹਨਾਂ ਦੀ ਪ੍ਰਵਿਰਤੀ ਐਸੀ ਹੋ ਗਈ ਹੈ ਕਿ ਸਭ ਪਦਾਰਥਾਂ ਦੀ ਅੰਤਰਲੀ ਰੌਂ ਤੱਕਦੀਆਂ ਨੇ। ਇਹ ਅੱਖਾਂ ਉਹ ਪਦਾਰਥਾਂ ਦੀ ਭੁੱਖ 'ਚ ਨੇ, ਤੇ ਜੋ ਪਦਾਰਥਾਂ ਨੂੰ ਦੇਖਣਾ ਸਿੱਖ ਜਾਏ ਉਹਨੂੰ ਰੱਬ ਨਹੀਂ ਦਿਸੇਗਾ। ਸਾਹਿਬ ਕਹਿੰਦੇ ਨੇ ਉਸ ਲਈ ਸੱਚੀਆਂ ਅੱਖਾਂ ਚਾਹੀਦੀਆਂ। ਸੱਚੀਆਂ ਅੱਖਾਂ ਨੇ ਰਾਮਦਾਸ ਕੋਲ, ਜਿਹਦੇ ਅੰਦਰ ਰੱਬ ਵਸਿਆ ਹੋਇਆ।
ਉਸ ਪਾਸ ਸੱਚੀਆਂ ਅੱਖਾਂ ਨੇ। ਸਾਹਿਬ ਕਹਿੰਦੇ ਨੇ ਇਸ ਲਈ ਉਸਨੂੰ ਆਤਮ ਰਾਮ ਤਿਸ ਨਦਰੀ ਆਇਆ। ਉਹਨੂੰ ਅੰਦਰ ਦਾ ਵਸਦਾ ਰੱਬ ਹੁਣ ਹੋਰਾਂ 'ਚ ਵੀ ਦਿਸਣ ਲੱਗ ਗਿਆ। ਜਦੋਂ ਤੱਕ ਇਹ ਰੀਤ ਨਹੀਂ ਬਣਦੀ ਉਦੋਂ ਤੱਕ ਉੱਠ ਕੇ ਤੁਰਿਆ ਨਹੀਂ ਜਾ ਸਕਦਾ ਦੂਜੇ ਦੇ ਭਲੇ ਲਈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਚਾਰ ਇਸ ਪੰਕਤੀ ਤੇ ਟਿਕਿਆ ਹੋਇਆ ਹੈ। ਜਦੋਂ ਅੰਦਰ ਵਸਿਆ ਰੱਬ ਹੋਰਾਂ 'ਚ ਦ੍ਰਿਸ਼ਟੀ ਆਇਆ ਹੈ ਤੇ ਜਿਸੇ ਨੇ ਜੀਵਨ ਕੁਰਾਹੇ ਪਏ ਹੋਏ ਇਹਨਾਂ ਨੂੰ ਸੱਚ ਮਾਰਗ ਦੀ ਲੋੜ ਹੈ ਤੇ ਆਪ ਉੱਠ ਕੇ ਤੁਰ ਪਏ। ਸੱਚਾ ਸੇਵਕ ਉਹੀ ਹੈ ਜੋ ਪ੍ਰਮਾਤਮਾ ਦੇ ਪ੍ਰੀਤ ਦੇ ਵਿੱਚ ਆਪ ਵੀ ਭਿੱਜਾ ਹੋਏ ਤੇ ਜੋ ਰੁੱਖੇ ਨੇ ਜੋ ਰਹਿ ਗਏ ਨੇ ਉਹ ਵੀ ਉਸ ਨੂੰ ਦਿਸਦੇ ਹੋਣ, ਉਹਨਾਂ ਪ੍ਰਤੀ ਵੀ ਉਸ ਦਾ ਵਿਵਹਾਰ ਸਹੀ ਹੋਏ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ। ਤੇ ਕਈ ਵਾਰ ਜੀਵਨ 'ਚ ਐਸਾ ਹੁੰਦਾ ਹੈ ਜਦੋਂ ਕੁਛ ਪ੍ਰਾਪਤੀ ਹੋ ਜਾਏ ਤੇ ਮਨ ਜਿਹੜਾ ਹੈ ਫੁੱਲ ਜਾਂਦਾ। ਉਹ ਕਹਿੰਦਾ ਮੈਂ ਹੀ ਮੈਂ ਹਾਂ, ਮੈਂ ਹੀ ਮੈਂ ਹਾਂ। ਥੋੜ੍ਹੀ ਜਿਹੀ ਵੀ ਵਡਿਆਈ ਮਿਲ ਜਾਏ ਤੇ ਮਨ ਆਪਣੀ ਹੀ ਮੈਂ ਦੇ ਵਿੱਚ ਸਵਾਰ ਹੋ ਜਾਂਦਾ। ਜਰਾ ਜੀ ਵੀ ਚੌਧਰਤਾ ਮਿਲ ਜਾਏ ਅਸੀਂ ਉਸੇ ਨੂੰ ਸੰਭਾਲ ਰੱਖ ਲੈਂਦੇ ਹਾਂ। ਮਨੁੱਖੀ ਆਦਤ ਹੈ ਇਹ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਤੇ ਯਾਦ ਨਹੀਂ ਰੱਖਦਾ, ਪਰ ਕੀਤੇ ਹੋਏ ਧਰਮ ਕਰਮ ਨੂੰ ਸਾਲਾਂ ਬੱਧੀ ਚੇਤੇ ਰੱਖਦਾ ਰਹਿੰਦਾ। ਹੋਣਾ ਤੇ ਉਲਟ ਚਾਹੀਦਾ ਸੀ ਵੀ ਮੈਨੂੰ ਗੁਨਾਹ ਯਾਦ ਰਹਿਣ ਕਿ ਇਹ ਦੁਬਾਰਾ ਨਾ ਹੋ ਜਾਏ। ਆ ਮੈਂ ਗਲਤੀ ਕੀਤੀ ਹੈ ਤਾਂ ਉਮਰ ਯਾਦ ਰਹੇ ਵੀ ਦੁਬਾਰਾ ਦੁਹਰਾਓ ਨਾ ਹੋ ਜਾਏ। ਇਸ ਤੋਂ ਬਚਣਾ ਹੈ, ਦੁਬਾਰਾ ਫਿਰ ਮੈਂ ਇਸੇ ਹੀ ਜੰਜਾਲ 'ਚ ਨਾ ਫਸ ਜਾਵਾਂ। ਇੱਕ ਵਾਰ ਮੈਂ ਠੇਡਾ ਖਾਧਾ ਹੈ ਤਾਂ ਉਮਰ ਯਾਦ ਰਹੇ ਵੀ ਦੁਬਾਰਾ ਇਹ ਠੇਡਾ ਨਹੀਂ ਲੱਗਣਾ ਚਾਹੀਦਾ। ਪਰ ਮੇਰੀ ਮੁਸ਼ਕਿਲ ਇਹ ਹੈ ਕੀਤੇ ਹੋਏ ਗੁਨਾਹ ਪਾਪ ਮੈਨੂੰ ਝੱਟ ਹੀ ਭੁੱਲ ਜਾਂਦੇ ਨੇ ਕਿ ਮੈਂ ਇਹ ਵੀ ਮੰਦਾ ਕੀਤਾ ਹੈ, ਪਰ ਧਰਮ ਕਰਮ ਮੈਨੂੰ ਸਾਲਾਂ ਬੱਧੀ ਯਾਦ ਰਹਿੰਦਾ। ਜੇਬ 'ਚੋਂ ਦਿੱਤੇ ਹੋਏ 10, 20, 100 ਰੁਪਈਆ ਮੈਂ ਸਦੀਆਂ ਤੱਕ ਗਿਣਾਉਂਦਾ ਰਹਿੰਦਾ। ਮੈਂ ਵੀ ਗੁਰਦੁਆਰੇ ਸੇਵਾ ਕਰਾਈ ਸੀ, ਪੱਥਰਾਂ 'ਤੇ ਅਸੀਂ ਲਿਖਾ ਦਿੰਦੇ, ਪੱਖਿਆਂ 'ਤੇ ਲਿਖਾ ਦਿੰਦੇ, ਇਹ ਸਦਾ ਹੀ ਚੱਲਦਾ ਰਹੇ, ਮੇਰਾ ਚੇਤਾ ਬਣਿਆ ਰਹੇ, ਭੁੱਲੇ ਹੀ ਨਾ, ਲੋਕ ਵੀ ਦੇਖਦੇ ਰਹਿਣ। ਉਹ ਧਰਮ ਕਰਮ ਹੀ ਜੀ ਦਾ ਜੰਜਾਲ ਬਣ ਜਾਂਦਾ। ਉਹ ਛੁੱਟਣ ਨਹੀਂ ਦਿੰਦਾ, ਸਗੋਂ ਹੋਰ ਫਸਾ ਦਿੰਦਾ, ਕਿਉਂਕਿ ਅਹੰਗ ਆ ਗਿਆ। ਜਿਸ ਤੋਂ ਬਚਣਾ ਸੀ ਉਹ ਉੱਥੇ ਹੀ ਬੈਠਾ, ਜਿਸ ਮਨ ਨੂੰ ਛਡਾਉਣਾ ਸੀ ਮਨ ਫਿਰ ਸਾਂਭ ਕੇ ਬਹਿ ਗਿਆ। ਇਤਨਾ ਵਿਅਕਤੀ ਪਾਪਾਂ ਦੇ ਕਾਰਨ ਨਹੀਂ ਫਸਦਾ ਜਿਤਨਾ ਪੁੰਨ ਕਾਰਨ ਫਸ ਜਾਂਦਾ। ਪਾਪੀ ਕੀ ਹੰਕਾਰ ਕਰੇਗਾ, ਪਾਪ ਹੀ ਕੀਤੇ ਨੇ, ਉਸਦਾ ਮਨ ਤੇ ਫਿਰ ਵੀ ਨਿਮਰ ਹੋ ਸਕਦਾ ਵੀ ਮੈਂ ਤਾਂ ਕੁਛ ਚੰਗਾ ਕੀਤਾ ਹੀ ਨਹੀਂ ਜੀਵਨ 'ਚ। ਪਰ ਜਿਸਨੇ 4 ਚੰਗਿਆਈਆਂ ਕਰ ਲਈਆਂ ਉਸ ਲਈ ਬਹੁਤ ਔਖਾ ਹੈ ਸਾਂਭਣਾ। ਮਨ ਬੜਾ ਹੰਕਾਰ 'ਚ ਆ ਜਾਂਦਾ, ਮੈਂ ਤੇ ਕਰਦਾ ਹਾਂ। ਇਸ ਲਈ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਦਸੰਤਨ ਭਾਏ ਤਿਨ ਪਾਇਆ। ਉਸ ਦੇ ਅੰਦਰ ਦੀ ਅਵਸਥਾ ਦੇਖੋ, ਬੜੀ ਨਿਮਰਤਾ ਦੇ ਵਿੱਚ ਹੈ। ਉਹ ਬਿਲਕੁਲ ਹੀ ਧੂਰ ਹੋ ਗਿਆ ਹੈ। ਉਸਨੇ ਜਰਾ ਵੀ ਅਹੰਕਾਰ ਨਹੀਂ ਸਾਂਭਿਆ ਹੋਇਆ। ਇਹ ਪਰਖ ਹੈ ਪਹਿਲੀ ਵੀ ਸੇਵਕ ਕੈਸਾ ਹੋਏ। ਉਹ ਦਾਸ ਦਸੰਤਨ ਭਾਏ ਹੋਏ, ਦਾਸਾਂ ਦਾ ਵੀ ਗਾਂ ਦਾਸ ਬਣਨ ਨੂੰ ਤਿਆਰ ਹੋਏ। ਕੁਝ ਪ੍ਰਾਪਤੀ ਹੋ ਜਾਏ ਤੇ ਜਰਾ ਵੀ ਉਸਦਾ ਮਾਨ ਨਹੀਂ ਅੰਦਰ ਆਉਣਾ ਚਾਹੀਦਾ ਵੀ ਮੈਂ ਕੁਝ ਪਾ ਲਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਦੀ ਧਰਤੀ ਤੇ ਨੇ। ਧੰਨ ਗੁਰੂ ਅੰਗਦ ਪਾਤਸ਼ਾਹ ਜੀ ਤੁਰਠੇ ਨੇ। ਆਪ ਨੇ ਆਪਣੀ ਥਾਂ ਤੇ ਗੁਰਿਆਈ ਦੀ ਦਾਤ ਦੇ ਕੇ ਬਿਠਾ ਦਿੱਤਾ ਤੇ ਨਾਲ ਹੀ ਹੁਕਮ ਕਰਤਾ ਵੀ ਜਿਵੇਂ ਗੁਰੂ ਨਾਨਕ ਨੇ ਸਾਨੂੰ ਕਰਤਾਰਪੁਰ ਤੋਂ ਖੰਡੂਰ ਭੇਜਤਾ ਸੀ, ਅਸੀਂ ਤੁਹਾਨੂੰ ਖੰਡੂਰ ਤੋਂ ਗੋਇੰਦਵਾਲ ਭੇਜਦੇ ਹਾਂ, ਜਾਓ ਚਲੇ ਜਾਓ, ਤੁਹਾਡਾ ਟਿਕਾਣਾ ਗੋਇੰਦਵਾਲ ਹੈ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਆ ਗਏ।
ਗੁਰੂ ਅਮਰਦਾਸ ਜੀ ਦੀ ਵਡਿਆਈ ਚੌਂ ਪਾਸੇ ਪਸਰ ਗਈ। ਪਰ ਗੁਰੂ ਅੰਗਦ ਸਾਹਿਬ ਦੇ ਵੱਡੇ ਪੁੱਤਰ ਨੂੰ ਇਹ ਗੱਲ ਭਾਈ ਨਹੀਂ। ਉਹਨਾਂ ਦੇ ਮਨ ਵਿੱਚ ਰੋਸ਼ ਸੀ। ਤੇ ਕਈ ਵਾਰੀ ਜਦੋਂ ਅਸੀਂ ਆਪ ਪਹਿਲਾਂ ਹੀ ਕਿਸੇ ਰੋਸ਼ 'ਚ, ਈਰਖਾ 'ਚ ਜਾਂ ਗੁੱਸੇ 'ਚ ਹੁੰਨੇ ਹਾਂ, ਤੇ ਜੇ ਸਾਨੂੰ ਸਾਥੀ ਤਾਂ ਐਸੇ ਮਿਲ ਜਾਣ ਤੇ ਉਹ ਹੋਰ ਵੀ ਸਾਡਾ ਵਿਗਾੜ ਕਰਦੇ। ਕ੍ਰੋਧ ਦੇ ਸਾਥੀ ਤੁਹਾਡਾ ਨਾਸ਼ ਕਰ ਦੇਣਗੇ ਤੇ ਸੰਤੋਖ ਦੇ ਸਾਥੀ ਜੀਵਨ ਤਾਰ ਦੇਣਗੇ। ਜਿਹੜੇ ਤੁਹਾਨੂੰ ਸਬਰ ਕਰਨਾ, ਠਹਿਰਨਾ ਸਿਖਾ ਦੇਣ, ਉਹ ਤਾਰ ਦੇਣਗੇ। ਜਿਹੜੇ ਕਹਿਣ ਵੀ ਚੱਲ ਕੱਲ ਜਾਣਾ, ਅਸੀਂ ਲੜਨ ਅੱਜ ਹੀ ਚੱਲਦੇ ਹਾਂ, ਅਸੀਂ ਤੇਰੇ ਨਾਲ, ਤੁਹਾਨੂੰ ਮਰਵਾ ਦੇਣਗੇ, ਨਾਸ਼ ਕਰ ਦੇਣਗੇ। ਬੜਿਆਂ ਦਾ ਨਾਸ਼ ਹੋਇਆ ਹੈ, ਹੁਣ ਵੀ ਹੋ ਰਿਹਾ, ਪਿਛਾਂ ਵੀ ਹੋਇਆ ਹੈ, ਚੱਲਦਾ ਹੀ ਰਹੇਗਾ। ਗੁਰੂ ਅਮਰਦਾਸ ਜੀ ਵਡਿਆਈ ਮਿਲੀ ਹੈ, ਉਸ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਮਾਲਕ ਦਾ ਸ਼ੁਕਰਗੁਜ਼ਾਰ ਰਹੇ ਨੇ। ਦੂਸਰੇ ਪਾਸੇ ਖੰਡੂਰ ਦੇ ਕੁਝ ਖਹਿਰੇ ਜਿਨ੍ਹਾਂ ਦਾ ਸਾਥ ਬਣਿਆ ਹੋਇਆ ਹੈ ਬਾਬਾ ਦਾਤੂ ਜੀ ਦੇ ਨਾਲ, ਉਹ ਭੜਕਾ ਰਹੇ ਨੇ, ਤੁਹਾਡੀ ਦਾਤ, ਤੁਹਾਡਾ ਸਭ ਕੁਝ ਉਹ ਕਿੱਦਾਂ ਲੈ ਗਏ, ਅਸੀਂ ਤੇਰੇ ਨਾਲ ਚੱਲਦੇ ਹਾਂ, ਚੱਲ ਕੱਲ੍ਹ ਨੂੰ ਜਾ ਕੇ ਅਸੀਂ ਮਲ ਲੈਂਦੇ ਹਾਂ, ਪੀੜਾ ਹੀ ਤੇ ਮਲਣਾ ਹੈ, ਗੱਦੀ ਤੇ ਮਲਣੀ ਹੈ, ਮਲ ਲੈਂਦੇ। ਕਿੰਨਾ ਕੁ ਜ਼ੋਰ ਵਾਲੀ ਗੱਲ, ਉਹ ਬੁੱਢਾ ਸਰੀਰ ਕਿੰਨਾ ਕੁ ਜ਼ੋਰ ਮਾਰ ਲਏਗਾ। ਦਾਤੂ ਜੀ ਦੇ ਮਨ 'ਚ ਆਇਆ ਵੀ ਸ਼ਾਇਦ ਵੀ ਇਤਨਾ ਹੀ ਸੌਖਾ ਕੰਮ ਹੈ। ਨਾਲ ਕੁਝ ਰਲ ਗਏ, ਮਾੜੇ ਸਮੇਂ ਦੇ ਦੋਸਤ ਮਿੱਤਰ ਨਾਲ ਲੈ ਤੁਰੇ। ਦਾਤੂ ਜੀ ਨੂੰ ਹੋਰ ਰਸਤੇ 'ਚ ਸਿਖਾਉਂਦੇ ਗਏ ਵੀ ਜਾਂਦਿਆਂ ਸਾਰੀ ਆਪਣੀ ਕਾਰਵਾਈ ਪਾ ਦੇਣੀ, ਗੱਲ ਨਹੀਂ ਸੁਣਨੀ ਕੋਈ ਉਹਨਾਂ ਦੀ। ਜਿਸ ਵੇਲੇ ਬਾਬਾ ਦਾਤੂ ਜੀ ਗੋਇੰਦਵਾਲ ਆਉਂਦੇ ਨੇ, ਗੁਰੂ ਅਮਰਦਾਸ ਜੀ ਸੰਗਤ ਦੇ ਵਿੱਚ ਬੈਠੇ ਹੋਏ ਨੇ, ਮੰਜੇ ਤੇ ਬੈਠੇ ਨੇ। ਇਵੇਂ ਹੀ ਹੁੰਦਾ ਸੀ ਉਦੋਂ। ਅਸੀਂ ਚਿੱਤਰਨ ਬਣਾਏ ਨੇ ਵੀ ਖਾਸ ਕਿਤੇ ਇੱਕ ਆਸਣ ਹੋਏਗਾ, ਉਸ ਆਸਣ ਤੇ ਬੈਠੇ ਹੋਣ, ਖਾਸ ਨਹੀਂ। ਗੁਰੂ ਨਾਨਕ ਸਾਹਿਬ ਨੇ ਆਪਣੇ ਲਈ ਕੁਛ ਖਾਸ ਨਹੀਂ ਚੁਣਿਆ। ਜੈਸੇ ਸਿੱਖ ਨੇ ਤੈਸੇ ਹੀ ਉਹ ਨੇ, ਵਿੱਚ ਰਲ ਗਏ ਨੇ, ਕੁਝ ਵੱਖਰਾ ਨਹੀਂ। ਮੰਜੇ ਤੇ ਬੈਠੇ ਨੇ, ਹੇਠਾਂ ਸੰਗਤ ਆਸ ਪਾਸ ਬੈਠੀ ਹੋਈ। ਇਤਨੀ ਤੇਜ਼ੀ ਦੇ ਨਾਲ ਆਏ ਕਿ ਗੁਰੂ ਅਮਰਦਾਸ ਜੀ ਦੇਖ ਨਹੀਂ ਪਾਏ ਕਿ ਬਾਬਾ ਦਾਤੂ ਜੀ ਆ ਰਹੇ। ਉਹਨਾਂ ਆਉਂਦਿਆਂ ਸਾਰ ਲੱਤ ਮਾਰੀ, ਗੁਰੂ ਸਾਹਿਬ ਨੂੰ ਹੇਠਾਂ ਸਿੱਟਤਾ ਮੰਜੇ ਤੋਂ। ਪਰਾਂ ਹੋ, ਸਾਡੀ ਘਰ ਹੈ, ਸਾਡੀ ਦਾਤ, ਤੂੰ ਮਲ ਕੇ ਬਹਿ ਗਿਆ। ਗੁੱਸੇ 'ਚ ਕੁਛ ਬੋਲ ਕਬੋਲ ਬਹੁ ਬੋਲੇ। ਗੁਰੂ ਅਮਰਦਾਸ ਜੀ ਦੇ ਨਾਲ ਸੰਗਤ ਵੀ ਹੈ, ਸਾਰੇ ਨੇ। ਆਪ ਜੀ ਦਾ ਇੱਕ ਇਸ਼ਾਰਾ ਬਹੁਤ ਹੈ ਕਿ ਦਾਤੂ ਦਾ ਜੀਵਨ ਉੱਥੇ ਹੀ ਸਮਾਪਤ ਹੋ ਸਕਦਾ ਸੀ। ਇੱਕ ਇਸ਼ਾਰਾ ਸੀ। ਪਰ ਆਪ ਕੀ ਕਰ ਰਹੇ ਨੇ? ਉਸੇ ਹੀ ਪਲ, ਜਿਸ ਪਲ ਲੱਤ ਮਾਰੀ, ਆਪ ਉੱਠ ਕੇ ਬੜੇ ਆਦਰ ਭਾਵ ਦੇ ਨਾਲ ਬਾਬਾ ਦਾਤੂ ਜੀ ਦੇ ਚਰਨ ਫੜ ਕੇ ਕਹਿੰਦੇ ਵੀ ਜੇ ਮੈਥੋਂ ਕੋਈ ਸੇਵਕ ਤੋਂ ਭੁੱਲ ਹੋ ਗਈ ਹੈ ਤੇ ਮੈਨੂੰ ਮੁਆਫ ਕਰ ਦਿਓ। ਹੁਣ ਥੋੜ੍ਹਾ ਜਿਹਾ ਇਸ ਨੂੰ ਰੋਕ ਕੇ ਵਿਚਾਰੀਏ। ਜੇ ਅਸੀਂ ਸੰਸਾਰੀ ਤੌਰ 'ਤੇ ਵਿਚਾਰੀਏ, ਗੁਰੂ ਅਮਰਦਾਸ ਜੀ ਬਾਬਾ ਦਾਤੂ ਜੀ ਦੀ ਭੈਣ ਦੇ ਸਹੁਰਾ ਸਾਹਿਬ ਨੇ। ਰਿਸ਼ਤਾ ਬੜਾ ਉੱਚਾ। ਭੈਣ ਦਾ ਸਹੁਰਾ ਹੋਏ ਕੋਈ ਤੇ ਉਸ ਦੇ ਨਾਲ ਤੁਸੀਂ ਜਾ ਕੇ ਵਰਤਾਵ ਕਰੋ ਤੇ ਫਿਰ ਅਸੀਂ ਕਹਿ ਸਕਦੇ ਹਾਂ ਵੀ ਭੈਣ ਸੁਖੀ ਨਹੀਂ ਵੱਸ ਸਕਦੀ। ਮੰਨ ਲਓ ਮੇਰੀ ਵੀ ਭੈਣ ਵਸੀ ਹੋਏ ਤੇ ਮੇਰਾ ਜਾ ਕੇ ਭੈਣ ਦੇ ਸਹੁਰੇ ਦੇ ਨਾਲ ਐਸਾ ਵਰਤਾਵ ਹੋਏ ਤੇ ਫਿਰ ਮੈਂ ਕੀ ਅੱਗੋਂ ਮੈਂ ਰੱਖਾਂਗਾ ਆਸ ਵੀ ਮੇਰੀ ਭੈਣ ਉੱਥੇ ਸੁਖੀ ਵਸੇਗੀ। ਪਰ ਦਾਤੂ ਨੇ ਸਭ ਕੀਤਾ। ਸੰਸਾਰੀ ਰਿਸ਼ਤੇ ਵੀ ਨਹੀਂ ਵਿਚਾਰੇ। ਕ੍ਰੋਧ ਇਤਨਾ ਹਾਵੀ ਹੋ ਗਿਆ ਵੀ ਮੇਰੀ ਭੈਣ ਦਾ ਘਰ ਹੈ। ਤੇ ਗੁਰੂ ਅਮਰਦਾਸ ਜੀ ਨੇ ਇਤਨਾ ਸਬਰ ਦਿਖਾਇਆ ਹੈ, ਇਤਨਾ ਦਾਸ ਭਾਏ ਨੇ, ਆਪ ਪੈਰ ਫੜ ਲਏ। ਜੇ ਕੋਈ ਗਲਤੀ ਹੋ ਗਈ ਹੈ ਤੇ ਮੁਆਫ ਕਰਿਓ। ਮੰਜਾ ਹੈ, ਜਦੋਂ ਮਰਜ਼ੀ ਆ ਕੇ ਬੈਠੋ। ਤੁਹਾਡਾ ਸਾਥੋਂ ਗਲਤੀ ਹੋ ਗਈ
कि ਅਸੀਂ ਤੁਹਾਡੇ ਆਏ ਤੇ ਪਹਿਲਾਂ ਹੀ ਮੰਜਾ ਖਾਲੀ ਨਹੀਂ ਕੀਤਾ, ਤੁਸੀਂ ਇਤਨੀ ਜਲਦੀ ਨਾਲ ਆ ਗਏ, ਮੈਂ ਦੇਖ ਹੀ ਨਹੀਂ ਪਾਇਆ। ਦਾਤੂ ਦੇ ਕ੍ਰੋਧ ਅਜੇ ਵੀ ਸ਼ਾਂਤ ਨਹੀਂ ਹੋਇਆ, ਸਮਝ ਹੀ ਨਹੀਂ ਲੱਗੀ ਵੀ ਸਭ ਉਲਟਾ ਪੈ ਰਿਹਾ। ਕਿਉਂਕਿ ਗੁਰੂ ਨਾਨਕ ਸਾਹਿਬ ਬੋਲ ਕਹਿ ਗਏ ਨੇ, ਕ੍ਰੋਧ ਦਾ ਤੇ ਥਾਂ ਹੀ ਹੈ ਨਹੀਂ, ਇੱਥੇ ਤੇ ਮੀਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇੱਥੇ ਤੇ ਮਿਠਾਸ ਨਿਵਾਨਤਾ 'ਚ ਹੈ, ਕ੍ਰੋਧ 'ਚ ਤੇ ਹੈ ਨਹੀਂ। ਗੁਰੂ ਸਾਹਿਬ ਉੱਠ ਕੇ ਚਲੇ ਗਏ, ਸੰਗਤ ਵੀ ਸਾਰੀ ਪਿੱਛੇ ਚਲੀ। ਦਾਤੂ ਆਵਾਜ਼ਾਂ ਮਾਰਦਾ ਰਿਹਾ, ਮੇਰੇ ਪਾਸ ਬੈਠੋ, ਮੇਰੇ ਪਾਸ ਬੈਠੋ। 3 ਦਿਨ ਅਗਲੇ ਆਸਨ ਲਾ ਕੇ ਬੈਠਾ ਰਿਹਾ। ਇੱਕ ਵੀ ਵਿਅਕਤੀ ਨਹੀਂ ਆਇਆ, ਇੱਕ ਵੀ ਨਹੀਂ ਆਇਆ। ਆਖਰ ਨੂੰ ਨਿਰਾਸ਼ ਹੋ ਕੇ ਜਿਸ ਵੇਲੇ ਮਨ ਦਾ ਕ੍ਰੋਧ ਸ਼ਾਂਤ ਹੋਇਆ, ਉਹ ਸਮਝ ਗਿਆ ਵੀ ਇਹ ਮੇਰੇ ਘਰ ਨਹੀਂ ਆਈ ਰਾਤ, ਮੈਂ ਇਸ ਲਾਇਕ ਨਹੀਂ ਹਾਂ, ਮੈਨੂੰ ਸੰਗਤ ਨੇ ਹੀ ਨਕਾਰ ਦਿੱਤਾ। ਪਰਤ ਗਿਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਰਾ ਵੀ ਹਉ ਭਾਵ ਨਹੀਂ ਦਿਖਾਇਆ, ਮੇਰਾ ਹੈ, ਮੇਰਾ ਹੈ। ਜੋ ਸੱਚਾ ਹੈ ਨਾ, ਉਸ ਨੂੰ ਮੇਰਾ ਮੇਰਾ ਕਰਨ ਦੀ ਲੋੜ ਪੈਂਦੀ ਹੀ ਨਹੀਂ। ਜੋ ਤੁਹਾਡੇ ਭਾਗਾਂ ਦਾ ਹੈ, ਥੋੜਾ ਸਬਰ ਰੱਖੋ, ਆਪੇ ਹੀ ਆ ਜਾਏਗਾ। ਉਸ ਲਈ ਕਾਹਲੀ ਕਰਨ ਦੀ ਲੋੜ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜੋ ਵਡਿਆਈ ਪ੍ਰਾਪਤ ਸੀ, ਉਹ ਉਹਨਾਂ ਕੋਲ ਹੀ ਹੈ। ਤੇ ਆਪ ਨੇ ਕਿਵੇਂ ਹਾਸਲ ਕੀਤੀ ਹੈ? ਦਾਸ ਦਾਸੰਤਨ ਭਾਏ ਤਿਨ ਪਾਇਆ। ਨਿਮਰਤਾ 'ਚ ਹੀ ਰਹੇ। ਵਡਿਆਈ ਮਿਲਣ ਤੋਂ ਬਾਅਦ ਵੀ ਉਹ ਨਿਮਰਤਾ ਛੁੱਟੀ ਨਹੀਂ ਹੈ, ਉੱਦਾਂ ਹੀ ਹੈ। ਸਦਾ ਨਿਕਟ ਨਿਕਟ ਹਰ ਜਾਨ। ਉਹ ਸਦਾ ਹੀ ਪ੍ਰਮਾਤਮਾ ਨੂੰ ਨੇੜੇ ਸਮਝਦਾ ਹੈ। ਤੇ ਜਿਸ ਦਾ ਜੀਵਨ ਐਸਾ ਹੈ, ਜੋ ਅੰਗ ਸੰਗ ਪ੍ਰਮਾਤਮਾ ਨੂੰ ਲੈ ਕੇ ਤੁਰ ਰਿਹਾ ਹੈ, ਉਹ ਗਲਤ ਹੋ ਹੀ ਨਹੀਂ ਸਕਦਾ। ਗਲਤੀਆਂ ਤੇ ਮੈਂ ਚੋਰੀ ਕਰਦਾ, ਜਿਤਨੀਆਂ ਮੈਂ ਗਲਤੀਆਂ ਕਰ ਰਿਹਾ ਹਾਂ, ਜਿਤਨੀਆਂ ਮੈਂ ਮਾੜੇ ਕਾਰਜਾਂ ਦੇ ਵਿੱਚ ਮਨ ਲਾ ਰਿਹਾ ਹਾਂ, ਉਹ ਸਾਰਾ ਤੇ ਮੈਂ ਲੁਕ ਕੇ ਕਰ ਰਿਹਾ ਹਾਂ। ਤੇ ਜਿਸ ਦਿਨ ਸਮਝ ਲੱਗ ਗਈ ਅੰਦਰ ਦੇ ਮਨ ਨੂੰ ਵੀ ਪ੍ਰਮਾਤਮਾ ਨਿਕਟ ਹੈ, ਸਾਥੀ ਹੈ, ਕਿਵੇਂ ਗਲਤ ਹੋ ਜਾਓਗੇ? ਹੋ ਹੀ ਨਹੀਂ ਪਾਓਗੇ। ਹਰ ਕਰਤਾ ਸਭ ਕੁਛ ਜਾਣਦਾ। ਜਿਸ ਦਿਨ ਇਹ ਗੱਲ ਸਮਝ ਲੱਗ ਗਈ, ਉਸ ਦਿਨ ਗਲਤ ਹੋ ਹੀ ਨਹੀਂ ਪਾਓਗੇ। ਉਸ ਦਿਨ ਮੇਰਾ ਗੁਰੂ ਪਾਸ ਆ ਕੇ ਬੈਠਣਾ ਵੀ ਗਲਤ ਹੋ ਹੀ ਨਹੀਂ ਪਾਏਗਾ। ਫਿਰ ਸੱਚੇ ਮਨ ਨਾਲ ਹੀ ਬੈਠਾਂਗੇ, ਫਿਰ ਦਿਖਾਵੇ ਦਾ ਬੈਠਿਆ ਹੀ ਨਹੀਂ ਜਾਏਗਾ। ਕਿਵੇਂ ਬਹਿ ਜਾਓਗੇ? ਕਿਵੇਂ ਦਿਖਾਵਾ ਕਰ ਲਓਗੇ? ਜਦ ਸਮਝ ਲੱਗ ਗਈ ਵੀ ਉਹ ਜਾਣ ਰਿਹਾ ਹੈ। ਰਾਮਦਾਸ ਉਹ ਹੈ ਜਿਸ ਨੂੰ ਸਮਝ ਲੱਗ ਗਈ ਹੈ, ਸਦਾ ਨਿਕਟ ਨਿਕਟ ਹਰ ਜਾਨ। ਸੋ ਦਾਸ ਦਰਗਾਹ ਪ੍ਰਵਾਨ। ਪ੍ਰਮਾਤਮਾ ਦੇ ਘਰ ਉਹੀ ਬਖਸ਼ਿਸ਼ ਪਾਏਗਾ। ਜਿਸ ਦਾ ਐਸਾ ਜੀਵਨ ਹੋ ਗਿਆ, ਸਾਹਿਬ ਕਹਿੰਦੇ ਆਪਣੇ ਦਾਸ ਕੋ ਆਪ ਕਿਰਪਾ ਕਰੈ। ਉਸ ਤੇ ਪ੍ਰਮਾਤਮਾ ਆਪ ਮਿਹਰਾਮਤ ਕਰਦਾ ਹੈ, ਜਿਸ ਨੂੰ ਆਪ ਦੂਜੇ ਭਾਵ 'ਚ ਕਹਿੰਦੇ ਨੇ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਸੇਵਕ ਨੂੰ ਪ੍ਰਮਾਤਮਾ ਬੜੇ ਨੇੜੇ ਹੋ ਜਾਂਦਾ ਹੈ। ਜੋ ਜੋ ਕਹੈ ਠਾਕੁਰ ਪੈ ਸੇਵਕ, ਤਤ ਕਾਲ ਹੋਏ ਆਵੈ। ਇਉਂ ਸਮਝ ਲਓ, ਇੱਧਰ ਸੇਵਕ ਦੇ ਬੋਲ ਹੋਏ, ਉਧਰ ਕਾਰਜ ਹੋ ਗਿਆ। ਇੰਨਾ ਨੇੜੇ ਹੋ ਕੇ ਦਿਖਾਉਂਦਾ ਹੈ। ਆਪ ਕਹਿੰਦੇ ਨੇ ਆਪਣੇ ਦਾਸ ਕੋ ਆਪ ਕਿਰਪਾ ਕਰੇ। ਆਪਣੇ ਸੇਵਕ ਤੇ ਉਹ ਬਖਸ਼ਿਸ਼ ਕਰਦਾ ਹੀ ਰਹਿੰਦਾ ਹੈ ਹਰ ਪਲ। ਤਿਸ ਦਾਸ ਕੋ ਸਭ ਸੋਝੀ ਪਰੈ। ਤੇ ਜਿਸ ਦੇ ਪ੍ਰਮਾਤਮਾ ਵੱਲ ਹੈ, ਉਸ ਨੂੰ ਸਭ ਸੋਝੀ ਗਿਆਨ ਆ ਗਿਆ ਹੈ। ਜਿਤਨਾ ਗਿਆਨ ਆਉਂਦਾ ਜਾਏਗਾ, ਉਤਨਾ ਹੀ ਉਹ ਸੌਂਕਰਦਾ ਜਾਏਗਾ। ਕਿਉਂਕਿ ਪਰਮਾਤਮਾ ਦੇ ਮੁਕਤੀ ਦਾ ਦਰਵਾਜ਼ਾ ਬੜਾ ਸੌਂਕੜਾ ਹੈ। ਉੱਥੇ ਫੁੱਲ ਕੇ ਵੱਡਾ ਹੋ ਕੇ ਤੇ ਲੰਘ ਨਹੀਂ ਹੋਣਾ। ਇਸ ਲਈ ਜਿਤਨਾ ਕੋਈ ਜਾਣਦਾ ਜਾਏਗਾ, ਉਤਨਾ ਹੀ ਉਹ ਆਪਣੇ ਆਪ 'ਚ ਸੁੰਗੜਦਾ ਜਾਏਗਾ। ਸਰੀਰ ਕਰਕੇ ਨਹੀਂ, ਵਿਚਾਰਾਂ ਕਰਕੇ, ਮਨ ਕਰਕੇ ਸੁੰਗੜਦਾ ਜਾਏਗਾ। ਅਜੇ ਢੇਰਾਂ ਹੀ ਵਿਚਾਰਾਂ ਨੇ, ਮਨ ਖਿੰਨ ਦੇ ਵਿੱਚ ਕਿਤੇ ਕਿਤੇ ਅੱਪੜ ਜਾਂਦਾ, ਸੁੰਗੜਦਾ ਜਾਏਗਾ। ਸਭ ਵਿਚਾਰਾਂ ਸ਼ੂਨ ਹੋ ਰਹੀਆਂ, ਕੁਛ ਨਹੀਂ ਬਚ ਰਿਹਾ ਸੋਚਣ ਨੂੰ, ਕੁਛ ਵਿਚਾਰਨ ਨੂੰ ਨਹੀਂ ਹੈ, ਸੂੰਕੜਦਾ ਜਾ ਰਿਹਾ ਹੈ।
ਤਾਂ ਹੀ ਉਸ ਰਾਈ ਦਸਵੇਂ ਭਾਏ ਦਰਵਾਜ਼ੇ ਚੋਂ ਨਿਕਲ ਪਾਏਗਾ। ਕਬੀਰ ਮੁਕਤ ਦੁਆਰਾ ਸੌਂਕਰਾ ਰਾਈ ਦਸਵੇਂ ਭਾਏ। ਮਨ ਨੂੰ ਸਿकुड़ना ਪਏਗਾ ਇਤਨਾ। ਜੇ ਮਨ ਮੈਗਲ ਬਣਿਆ ਰਿਹਾ, ਹਾਥੀ ਬਣਿਆ ਰਿਹਾ ਤੇ ਗੱਲ ਨਹੀਂ ਬਣੇਗੀ। ਜਿਸ ਦਿਨ ਮਨ ਸੌਂਕੜਾ ਹੋ ਗਿਆ, ਜਿਸ ਦਿਨ ਸਮਝ ਲੱਗ ਗਈ, ਫਿਰ ਆਪ ਕਹਿੰਦੇ ਨੇ ਮੁਕਤ ਦੁਆਰਾ ਮੋਕਲਾ ਸਹਿਜੇ ਆਵੇ ਜਾਓ। ਜੇ ਸਮਝ ਲੱਗ ਗਈ, ਮਨ ਨਿਮਰਤਾਵਾਨ ਹੋ ਗਿਆ ਤੇ ਉਹ ਸੌਂਕਰਾ ਦਰਵਾਜ਼ਾ ਵੀ ਬਹੁਤ ਖੁੱਲਾ ਹੋ ਜਾਏਗਾ। ਤਿਸ ਦਾਸ ਕੋ ਸਭ ਸੋਝੀ ਭਰੈ ਸਗਲ ਸੰਗ ਆਤਮ ਉਦਾਸ। ਇਹ ਕੁੰਜੀ ਹੈ ਉਸਦੇ ਜੀਵਨ ਦੀ, ਸਾਰਿਆਂ ਦੇ ਨਾਲ ਹੈ। ਪਰਿਵਾਰ ਨਹੀਂ ਛੱਡਿਆ, ਰਾਮਦਾਸ ਨੇ ਪਰਿਵਾਰ ਨਹੀਂ ਛੱਡਿਆ। ਜੋ ਪ੍ਰਮਾਤਮਾ ਦਾ ਸੇਵਕ ਹੋ ਗਿਆ ਹੈ, ਉਹ ਇਹ ਨਹੀਂ ਵੀ ਸੰਨਿਆਸੀ ਹੋ ਗਿਆ, ਪਰਿਵਾਰ 'ਚ ਹੀ ਰਹਿ ਰਿਹਾ। ਪਰ ਆਤਮ ਉਦਾਸ ਮਨ ਕਰਕੇ ਸਭ ਤੋਂ ਉਪਰਾਮ ਹੈ। ਸਰੀਰ ਕਰਕੇ ਪਰਿਵਾਰ ਦੇ ਭੈਣ ਭਰਾਵਾਂ ਦੇ ਸੰਬੰਧੀਆਂ ਦੇ ਨਾਲ ਹੈ, ਪਰ ਆਤਮ ਉਦਾਸ ਹੈ। ਅੰਦਰੋਂ ਮਨ ਕਰਕੇ ਸਿਰਫ ਇੱਕ 'ਚ ਲੀਨ ਹੈ, ਬਾਕੀ ਸਭ ਰਸ ਛੁੱਟ ਚੁੱਕੇ ਨੇ। ਐਸੀ ਜੁਗਤ ਨਾਨਕ ਰਾਮਦਾਸ, ਜਿਸ ਕੋਲ ਇਹ ਜੀਵਨ ਜੁਗਤ ਆ ਗਈ ਹੈ, ਉਹੀ ਪਰਮਾਤਮਾ ਦਾ ਸੱਚਾ ਸੇਵਕ ਅਖਾ ਸਕਦਾ ਹੈ। ਪੰਚਮ ਪਾਤਸ਼ਾਹ 9ਵੀਂ ਅਸ਼ਟਪਦੀ ਦੇ 6ਵੇਂ ਪਦਵੇ 'ਚ ਇਹ ਮਤ ਬਖਸ਼ ਰਹੇ ਸਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਜੀ। ਪਿਆਰ ਉਦਬ ਅਤੇ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।